Good morning, students. This is Rajvinder Singh from Gurnanak Public Senior Secondary School Raiya. ਬੱਚਿਓ ਆਪਾਂ ਕੈਮਿਸਟਰੀ ਦੇ ਯੂਨਿਟ ਕਰਦੇ ਪਏ ਹੀ ਕੈਮਿਸਟਰੀ ਦਾ ਆਪਾਂ ਐਟੋਮਿਕ ਸਟਰਕਚਰ ਖਤਮ ਕੀਤਾ, ਮੂਲ ਕਨਸੈਪਟ ਵੀ ਖਤਮ ਕਰ ਲਿਆ ਜਿਹੜਾ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ ਆ, ਅਤੇ ਕੈਮੀਕਲ ਬੌਂਡਿੰਗ ਆਪਾਂ ਕਰਦੇ ਪਏ ਹੀ। ਕੈਮੀਕਲ ਬੌਂਡਿੰਗ ਦਾ ਮੈਂ ਤੁਹਾਨੂੰ ਪਾਰਟ 1 ਕੰਪਲੀਟ ਕਰਾਤਾ ਸੀ, ਜਿਹਦੇ ਵਿੱਚ ਮੈਂ ਤੁਹਾਨੂੰ 3 ਤਰ੍ਹਾਂ ਦੇ ਬੌਂਡ ਸਮਝਾਏ। ਧਿਆਨ ਨਾਲ ਸੁਣ ਲਿਓ, ਆਪਾਂ ਪਾਰਟ 1 ਕੰਪਲੀਟ ਕਰ ਚੁੱਕੇ ਹਾਂ, ਜਿਹਦੇ 'ਚ ਆਪਾਂ 3 ਤਰ੍ਹਾਂ ਦੇ ਬੌਂਡ ਪੜ੍ਹੇ ਆ, ਕੋਵੈਲੈਂਟ ਬੌਂਡ, ਆਇਨਿਕ ਬੌਂਡ ਅਤੇ ਕੋਆਰਡੀਨੇਟ ਬੌਂਡ। ਅੱਜ ਆਪਣਾ ਪਾਰਟ 2 ਸ਼ੁਰੂ ਹੋਣਾ ਜੀ, ਜਿਹਦੇ ਵਿੱਚ ਆਪਾਂ ਮੋਲੀਕਿਊਲਰ ਸਟਰਕਚਰ ਪੜ੍ਹਨੀ ਆ, ਜਿਓਮੈਟਰੀ ਪੜ੍ਹਨੀ ਆ। ਵਿੱਚ ਬੜਾ ਮਟੀਰੀਅਲ ਹੈ, ਕਾਫੀ ਕੁਝ ਆਪਾਂ ਇਹਦੇ ਸਟੱਡੀ ਕਰਨਾ ਵਾ। ਸਟਾਰਟ ਕਰਦੇ ਹਾਂ ਆਪਾਂ। ਇਸ ਪਾਰਟ 2 ਦਾ ਪਹਿਲਾ ਹੈਡਿੰਗ ਹੈਗਾ ਵਾ ਜਿਓਮੈਟਰੀ। Geometry or shapes of molecule. Geometry or shapes of molecules. ਜਿਓਮੈਟਰੀ ਅਤੇ ਜਿਓਮੈਟਰੀ ਕਹਿ ਲਈਏ ਜਾਂ ਮੋਲੀਕਿਊਲ ਦੀ ਸ਼ਕਲ ਸੂਰਤ ਕਿੱਦਾਂ ਦੀ ਹੁੰਦੀ, ਉਹਨਾਂ ਨੂੰ ਆਪਾਂ ਸਟੱਡੀ ਕਰ ਲੱਗੇ ਹਾਂ। ਪਹਿਲੋਂ ਜਿਓਮੈਟਰੀ ਹੁੰਦੀ ਕੀ ਆ ਜਾਂ ਸ਼ੇਪ ਕੀ ਹੁੰਦੀ ਆ? ਇੱਕ ਅਰੇਂਜਮੈਂਟ ਹੁੰਦੀ ਐਟਮਸ ਦੀ। ਤੁਹਾਨੂੰ ਪਤਾ ਐਟਮ ਜੁੜ ਕੇ ਅਤੇ ਮੋਲੀਕਿਊਲ ਬਣਦਾ। ਅਤੇ ਐਟਮ ਕਿੱਦਾਂ ਜੁੜੇ ਨੇ? ਉਹ ਟਰਾਈਐਂਗਲ ਦੀ ਸ਼ੇਪ 'ਚ ਜੁੜੇ ਆ, ਸਕੇਅਰ ਦੀ ਸ਼ੇਪ 'ਚ ਜੁੜੇ ਆ, ਪੈਂਟਾਗਨ ਦੀ ਸ਼ੇਪ 'ਚ ਜੁੜੇ ਕਿੱਦਾਂ ਨੇ? ਉਹਨਾਂ ਨੂੰ ਆਪਾਂ ਕਹੀਦਾ ਜਿਓਮੈਟਰੀ। ਕੀ ਆ? ਇਟ ਇਜ਼ ਅ ਰਿਲੇਟਿਵ ਅਰੇਂਜਮੈਂਟ of the bonded atom in a molecule। ਉਹਨੂੰ ਆਪਾਂ ਬੋਲੀਦਾ ਵਾ ਜਿਓਮੈਟਰੀ ਜਾਂ ਸ਼ੇਪ। ਅਤੇ ਇਹ ਚੀਜ਼ ਸਮਝਾਉਣ ਦੇ ਲਈ ਸਾਡੇ ਕੋਲ ਪਹਿਲੀ ਥਿਊਰੀ ਆ VSEPR ਥਿਊਰੀ। ਇਹਦੀ ਫੁੱਲ ਫਾਰਮ ਹੁੰਦੀ ਆ ਵੇਲੈਂਸ ਸ਼ੈੱਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ। ਵੇਲੈਂਸ ਸ਼ੈੱਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ। ਵੇਲੈਂਸ ਸ਼ੈੱਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ। ਠੀਕ ਆ। ਇਹਦੇ ਪੋਸਟੂਲੇਟ ਕੀ ਆ? ਇਸ ਥਿਊਰੀ ਦੇ ਦੁਆਰਾ ਸਾਨੂੰ ਕੀ ਸਮਝ ਆਉਂਦਾ? ਇਹਦਾ ਪੋਸਟੂਲੇਟ ਨੰਬਰ 1 ਥਿਊਰੀ ਸਾਨੂੰ ਕੀ ਸਮਝਾਉਂਦੀ ਆ? ਦਾ ਸ਼ੇਪ ਆਫ ਮੋਲੀਕਿਊਲ ਦੀ ਜਿਹੜੀ ਸ਼ੇਪ ਹੁੰਦੀ ਆ ਡਿਪੈਂਡ ਅਪੋਨ ਨੰਬਰ ਆਫ ਵੇਲੈਂਸ ਇਲੈਕਟ੍ਰੋਨ ਤੁਹਾਨੂੰ ਸਮਝ ਹੋਣਗੇ। ਡਿਪੈਂਡ ਅਪੋਨ ਨੰਬਰ ਆਫ ਵੇਲੈਂਸ ਸ਼ੈੱਲ ਇਲੈਕਟ੍ਰੋਨ ਪੇਅਰ ਲਿਖ ਲੈਂਦੇ। ਵੇਲੈਂਸ ਸ਼ੈੱਲ ਇਲੈਕਟ੍ਰੋਨ ਪੇਅਰਸ ਇਹਨਾਂ 'ਤੇ ਡਿਪੈਂਡ ਕਰਦੀ। ਪਹਿਲੀ ਗੱਲ ਦਿਮਾਗ 'ਚ ਬਿਠਾ ਲਿਓ, ਜਿਹੜੀ ਸ਼ੇਪ ਆ ਉਹ ਕਿੰਨਾ 'ਤੇ ਡਿਪੈਂਡ ਕਰਨੀ? ਵੇਲੈਂਸ ਇਲੈਕਟ੍ਰੋਨ 'ਤੇ। ਕਿਵੇਂ? ਅੱਗੇ ਜਾ ਕੇ ਸਮਝ ਆਈ ਜਾਓ ਜਦੋਂ ਸ਼ੇਪਸ ਬਣਾਵਾਂਗੇ। ਇਹਦਾ ਸੈਕਿੰਡ ਪੋਸਟੂਲੇਟ, ਦਾ ਇਲੈਕਟ੍ਰੋਨ ਪੇਅਰਸ ਟੈਂਡ ਟੂ ਰਿਪੈਲ ਈਚ ਅਦਰ। ਇਲੈਕਟ੍ਰੋਨ ਅਤੇ ਇਲੈਕਟ੍ਰੋਨ ਦੋਨਾਂ 'ਤੇ ਨੈਗੇਟਿਵ ਚਾਰਜ ਹੁੰਦਾ। ਇਹ ਇੱਕ ਦੂਜੇ ਨੂੰ ਧੱਕਾ ਮਾਰਦੇ ਨੇ, ਰਿਪਲਸ਼ਨ ਪੈਦਾ ਕਰਦੇ, ਰਿਪੈਲ ਈਚ ਅਦਰ। ਇਹ ਸਾਰਾ ਕੁਝ ਸਮਝ ਆ ਜਾਣਾ ਜਦੋਂ ਆਪਾਂ ਸਟਰਕਚਰ ਬਣਾਉਣ 'ਤੇ ਆ ਗਏ। ਥਰਡ ਦਾ ਇਲੈਕਟ੍ਰੋਨ ਪੇਅਰ ਇਲੈਕਟ੍ਰੋਨ ਉਹ ਅਕੂਪਾਈ ਕਰਦਾ ਪੋਜੀਸ਼ਨ ਜਿੱਥੇ ਸਭ ਤੋਂ ਘੱਟ ਰਿਪਲਸ਼ਨ ਹੋਵੇ। ਦਾ ਇਲੈਕਟ੍ਰੋਨ ਪੇਅਰ ਅਕੂਪਾਈ ਪੋਜੀਸ਼ਨਸ such as to minimize repulsion। 3 ਪੋਸਟੂਲੇਟ। ਫੋਰਥ ਪੋਸਟੂਲੇਟ ਹੈਗਾ ਵਾ, ਫੋਰਥ ਆਪਾਂ ਇੱਥੇ ਲਿਖ ਸਕਦੇ ਹਾਂ। ਹਾਂ, ਲੋਨ ਪੇਅਰ। 2 ਤਰ੍ਹਾਂ ਦੇ ਪੇਅਰ ਹੁੰਦੇ, ਇੱਕ ਲੋਨ ਪੇਅਰ, ਇੱਕ ਬੌਂਡ ਪੇਅਰ। ਲੋਨ ਪੇਅਰ ਰਿਪਲਸ਼ਨ ਸਭ ਤੋਂ ਜ਼ਿਆਦਾ ਹੁੰਦੀ। ਲੋਨ ਪੇਅਰ ਬੌਂਡ ਪੇਅਰ ਇਹ ਤੋਂ ਘੱਟ ਹੁੰਦੀ। ਅਤੇ ਸਭ ਤੋਂ ਘੱਟ ਰਿਪਲਸ਼ਨ ਕਿਹੜੀ ਹੁੰਦੀ? ਬੌਂਡ ਪੇਅਰ।
ਬੌਂਡ ਪੇਅਰ ਰਿਪਲਸ਼ਨ ਸਭ ਤੋਂ ਘੱਟ ਹੁੰਦੀ। ਫਿਫਥ ਹੈਗਾ ਵਾ ਰਿਪਲਸਿਵ ਫੋਰਸਿਸ decreases with increase in bond angle ਜਿੱਦਾਂ ਮੈਂ ਇਹ ਲਾਸਟ ਵਾਲੇ ਪੁਆਇੰਟ ਦੀ ਐਗਜ਼ਾਮਪਲ ਦਿੰਦਾ। ਇੱਥੇ ਹੈਗਾ ਵਾ BEF2 ਇੱਕ ਸ਼ੇਪ ਹੈਗੀ ਆ, ਇੱਕ ਹੈਗੀ ਆ BF3 ਇੱਕ ਹੈਗਾ ਵਾ CH4। ਹੁਣ ਇੱਥੇ ਜੇਕਰ ਤੁਸੀਂ ਐਂਗਲ ਵੇਖੋ 180 ਡਿਗਰੀ ਦਾ ਹੁੰਦਾ, ਇਸ ਜਗ੍ਹਾ 'ਤੇ ਐਂਗਲ ਵੇਖੋ 120 ਡਿਗਰੀ ਦਾ ਹੁੰਦਾ, ਇਸ ਜਗ੍ਹਾ 'ਤੇ ਐਂਗਲ ਵੇਖੋ 109 ਡਿਗਰੀ ਅਤੇ 28 ਮਿੰਟ। ਇੰਨਾ ਐਂਗਲ ਹੁੰਦਾ 109 ਡਿਗਰੀ ਅਤੇ 28 ਮਿੰਟ। ਆਪਾਂ ਕੀ ਕਿਹਾ, ਰਿਪਲਸਿਵ ਫੋਰਸਿਸ ਘਟਦੀਆਂ ਜਿੱਦਾਂ ਜਿੱਦਾਂ ਬੌਂਡ ਐਂਗਲ ਵੱਧਦਾ, ਫਿਰ ਕਿੱਥੇ ਇੱਥੇ ਬੌਂਡ ਐਂਗਲ ਜ਼ਿਆਦਾ, ਇੱਥੇ ਲੈਸ ਰਿਪਲਸ਼ਨ ਹੋਊਗਾ, ਇੱਥੇ ਬੌਂਡ ਐਂਗਲ ਘੱਟ, ਇੱਥੇ ਮੋਰ ਰਿਪਲਸ਼ਨ। ਸਭ ਤੋਂ ਜ਼ਿਆਦਾ ਰਿਪਲਸ਼ਨ ਇਸ ਜਗ੍ਹਾ 'ਤੇ, ਜੇ ਮੈਂ ਇੱਧਰ ਗ੍ਰੇਟਰ ਦੈਨ ਦਾ ਸਾਈਨ ਪਾ ਦੇਣਾ ਆ ਇਨ ਬਿਟਵੀਨ, ਅਤੇ ਇਹ ਸਭ ਤੋਂ ਲੈਸ। ਹੁਣ ਇਹ ਪੁਆਇੰਟ ਜਿਹੜੇ ਆ ਆਪਾਂ ਨੈਕਸਟ ਵੀਡੀਓ 'ਚ ਇਹਨਾਂ ਨੂੰ ਪੂਰਾ ਕਲੀਅਰ ਕਰਾਂਗੇ ਸਟਰਕਚਰ ਬਣਾ ਕੇ। ਥੈਂਕ ਯੂ।